बसंत की वार महल पंजवा। एक ओंकार सतगुर प्रसाद। हर का नाम ध्याय कै हो हरिया भाई। साध संगत जी 22 ਵਾਰਾਂ ਵਿੱਚੋਂ ਇੱਕ ਵਾਰ ਬਸੰਤ ਦੀ ਵਾਰ ਹੈ, ਜਿਸ ਦੀਆਂ ਕੇਵਲ 3 ਹੀ ਪੌੜੀਆਂ ਹਨ। ਇਹ ਜਦੋਂ ਬਸੰਤ ਰਾਗ ਗਾਇਆ ਜਾਂਦਾ ਹੈ ਔਰ ਸਾਧ ਸੰਗਤ ਜੀ ਇਹ ਬਸੰਤ ਦੀ ਰੁੱਤ ਦੇ ਵਿੱਚ ਰਾਗੀ ਸਿੰਘ ਸ਼ਬਦਾਂ ਦੇ ਵਿਚਕਾਰ ਪੌੜੀਆਂ ਦਾ ਗਾਇਨ ਕਰਦੇ ਹਨ, ਫਿਰ ਤਬਲੇ ਵਾਲਾ ਸਿੰਘ ਦੁਬਾਰਾ ਉਸ ਨੂੰ ਦੁਹਰਾਉਂਦਾ ਹੈ। ਜਿਵੇਂ ਸ੍ਰੀ ਆਸਾ ਜੀ ਦੀ ਵਾਰ ਦੀ ਮਰਜ਼ਾਦਾ ਹੁੰਦੀ ਹੈ, ਇਸੇ ਤਰ੍ਹਾਂ ਬਸੰਤ ਰੁੱਤ ਵਿੱਚ ਬਸੰਤ ਦੀ ਵਾਰ ਦੀ ਵੀ ਮਰਿਆਦਾ ਹੁੰਦੀ ਹੈ। ਇਹ 3 ਹੀ ਪੌੜੀਆਂ ਕਿਉਂ ਹਨ, ਇਸ ਦਾ ਕੀ ਕਾਰਨ ਹੈ? ਸੰਪਰਦਾਈ ਮਹਾਂਪੁਰਸ਼ ਗਿਆਨੀ ਸਿੰਘ ਦੱਸਦੇ ਹਨ ਕਿ ਜਿਸ ਵੇਲੇ ਮਹਾਰਾਜ ਪੰਚਮ ਪਾਤਸ਼ਾਹ ਜੀ ਬਸੰਤ ਦੀ ਵਾਰ ਦੀ ਰਚਨਾ ਕਰਨ ਲੱਗੇ ਤਾਂ ਸਤਿਗੁਰਾਂ ਨੇ ਅਜੇ 3 ਹੀ ਪੌੜੀਆਂ ਉਚਾਰਨ ਕੀਤੀਆਂ ਸਨ ਕਿ ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਲੰਗਰ ਤਿਆਰ ਹੈ, ਕਿਰਪਾ ਕਰਕੇ ਲੰਗਰ ਛਕ ਲਓ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵਾਰ ਇੱਥੇ ਹੀ ਸੰਪੂਰਨ ਕਰਕੇ ਆਪ ਜੀ ਨੇ ਲੰਗਰ ਛਕਣਾ ਕੀਤਾ। ਅਤੇ ਸਾਧ ਸੰਗਤ ਜੀ ਇਹ ਵੀ ਮਰਿਆਦਾ ਦੱਸੀ ਕਿ ਲੰਗਰ ਦੀ ਕੀ ਮਹਾਨਤਾ ਹੈ, ਲੰਗਰ ਦੀ ਵਿਸ਼ੇਸ਼ਤਾ ਹੀ ਵੀ ਦੱਸੀ ਹੈ ਸਤਿਗੁਰਾਂ ਨੇ, ਕਿਉਂਕਿ ਅੰਨ ਨੂੰ ਮਹਾਰਾਜ ਨੇ ਬਾਣੀ 'ਚ ਧਨ ਕਿਹਾ, ਧਨ ਅਨਾਦ ਠਾਕੁਰ ਮਨ ਮਾਨਿਆ। ਸੋ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ, ਪੌੜੀ 3 ਉਚਾਰਨ ਕੀਨ ਸੂਪਕਾਰ ਤਬ ਹੂੰ ਚਲ ਆਏ। ਪ੍ਰਭ ਜੀ ਭੋਜਨ ਅਬ ਤਿਆਰ ਹੈ, ਰਾਵਰ ਕੀ ਜਿਮ ਹੋਏ ਰਜਾਏ। ਇਹ ਹਿਤ ਆਹਾਰ ਕੇ ਆਦਰ ਕਰਵੇ, ਸ੍ਰੀ ਗੁਰ ਹਟੇ ਨਾ ਬੌਲ ਬਣਾਏ। ਅਚਿਓ ਅਨਾਏ ਤ੍ਰਿਪਤ ਤਬ ਹੋਇ ਕਰ, ਨਿਜ ਸੰਗਤ ਮੈਂ ਇਹੋ ਬਦਤਾਏ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਲੰਗਰ ਦੀ ਭੋਜਨ ਦੀ ਮਹਾਨਤਾ ਦੱਸੀ ਹੈ। ਇਨਸਾਨ ਜਿੰਨੇ ਵੀ ਕੰਮ ਕਰਦਾ ਹੈ ਸੰਸਾਰ ਦੇ ਵਿੱਚ ਉਹ ਪ੍ਰਸ਼ਾਦੇ ਵਾਸਤੇ ਹੀ ਕਰਦਾ ਹੈ, ਅਤੇ ਜੇ ਪ੍ਰਸ਼ਾਦਾ ਵੀ ਸਮੇਂ ਸਿਰ ਮਰਿਆਦਾ ਅਨੁਸਾਰ ਨਹੀਂ ਛਕਦਾ ਤਾਂ ਫਿਰ ਸਾਰੇ ਕਾਰਜ ਬੇਅਰਥ ਹਨ। ਐਸਾ ਪੁਰਾਤਨ ਰਹਿਤਨਾਮਿਆਂ ਵਿੱਚ ਵੀ ਲਿਖਿਆ ਹੈ ਕਿ ਅਰਦਾਸ ਵਿੱਚ ਸਾਰਿਆਂ ਨੂੰ ਖੜ੍ਹੇ ਹੋਣਾ ਪੈਂਦਾ ਹੈ, ਪਰ ਜੇ ਕੋਈ ਸਿੱਖ ਪ੍ਰਸ਼ਾਦਾ ਛਕ ਰਿਹਾ ਹੋਵੇ ਤਾਂ ਉਹਨੂੰ ਹੁਕਮ ਹੈ ਕਿ ਉਹ ਆਪਣਾ ਪ੍ਰਸ਼ਾਦਾ ਛਕ ਕੇ ਹੀ ਅਰਦਾਸ ਵਿੱਚ ਖੜ੍ਹਾ ਹੋਵੇ, ਉਸ ਤੋਂ ਪਹਿਲੇ ਨਹੀਂ। ਔਰ ਇਹ ਵੀ ਮਰਜ਼ਾਦਾ ਹੈ, ਜੇ ਅੱਗੇ ਥਾਲ ਰੱਖਿਆ ਪ੍ਰਸ਼ਾਦਾ ਛਕ ਰਹੇ ਹਾਂ, ਪ੍ਰਸ਼ਾਦਾ ਛਕਦਿਆਂ ਹੋਇਆਂ ਸਾਧ ਸੰਗਤ ਜੀ ਵਿੱਚੋਂ ਉੱਠ ਕੇ ਜਾਣਾ, ਇੱਧਰ ਉੱਧਰ ਹੱਥ ਲਾਣੇ ਜਾਂ ਹੋਰ ਗੱਲਾਂ ਕਰਨੀਆਂ ਉਹ ਵੀ ਮਨ੍ਹਾ ਹਨ। ਇੱਕੋ ਵਾਰੀ ਪ੍ਰਸ਼ਾਦਾ ਥਾਲੀ 'ਤੇ ਬਹਿ ਕੇ ਪੂਰੀ ਮਰਿਆਦਾ ਨਾਲ 2-4 ਜਿੰਨਾ ਭੋਜਨ ਦੀ ਇੱਛਾ ਹੈ ਛਕ ਲਵੇ, ਇਹ ਨਹੀਂ ਵੀ ਘੜੀ ਮੁੜੀ ਛਕੀ ਜਾਵੇ। ਜੋ ਪ੍ਰਸ਼ਾਦ ਛਕਣੇ ਲੱਗੇ ਹਾਥ ਸੁਚੇਤ ਕਰੇ। ਸਭ ਤੋਂ ਪਹਿਲਾਂ ਹੈ 5 ਇਸ਼ਨਾਨਾ ਕਰੇ, ਸਾਬਣ ਨਾਲ ਜਾਂ ਰੇਤੇ ਨਾਲ ਹੱਥ ਸਾਫ ਕਰੇ। ਏਕਾਕੀ ਬਹਿ ਖਾਏ ਨਹਿ ਔਰਨ ਕੋ ਵੀ ਦੇ, ਕੱਲਾ ਨਾ ਛਕੇ ਦੂਜਿਆਂ ਨੂੰ ਵੀ ਛਕਾਵੇ, ਪ੍ਰਸ਼ਾਦ ਵੰਡ ਕੇ ਛਕੇ। ਬਹੁਤ ਸਾਰੀਆਂ ਮਰਿਆਦਾ ਲੰਗਰ ਦੀਆਂ ਹਨ। ਅੱਜ ਕੱਲ੍ਹ ਆਪਣੇ ਘਰਾਂ ਵਿੱਚ ਲੰਗਰ ਦੀ ਮਰਿਆਦਾ ਦੀ ਢਿੱਲ ਆ ਗਈ ਹੈ। ਕਈ ਵਾਰੀ ਖਲੋਤੇ ਖਲੋਤੇ ਹੀ ਛਕੀ ਜਾਂਦੇ ਹੈ, ਕਈ ਵਾਰੀ ਵਿੱਚੋਂ 2 ਪ੍ਰਸ਼ਾਦੇ ਛਕ ਲਏ, ਥਾਲੀ ਰੱਖ ਕੇ ਘੁੰਮ ਫਿਰ ਕੇ ਹੋਰ ਕੰਮ ਕਰ ਲਿਆ, ਕਦੀ ਨੰਗੇ ਸਿਰ ਛਕਣ ਲੱਗ ਪਏ। ਐਸਾ ਕਰਨ ਨਾਲ ਸਾਧ ਸੰਗਤ ਜੀ ਜੋ ਮਰਿਆਦਾ ਹੈ ਲੰਗਰ ਦੀ ਬੇਅਦਬੀ ਹੈ। ਸਤਿਕਾਰਯੋਗ ਗਿਆਨੀ ਜੀ ਨੇ ਪੁਰਾਤਨ ਗ੍ਰੰਥ ਦੀਆਂ ਪੰਕਤੀਆਂ ਲਿਖੀਆਂ ਨੇ, ਤਜਹਿ ਨ ਛੋੜੈ ਥਿਰ ਜਿਸ ਥਾਏ, ਜੇ ਤਜ ਉਠੈ ਬਹੁਰ ਨ ਖਾਏ। ਕਹਿੰਦੇ ਆ ਵੀ ਜੇ ਪ੍ਰਸ਼ਾਦਾ ਛਕ ਰਹੇ ਹੋ ਤਾਂ ਉੱਥੇ ਬਹਿ ਕੇ ਛਕੋ। ਜੇ ਬਾਈ ਚਾਂਸ ਕੋਈ ਐਮਰਜੈਂਸੀ ਹੋ ਜਾਂਦੀ ਹੈ, ਕੋਈ ਐਸਾ ਭਾਣਾ ਵਰਤ ਜਾਂਦਾ ਵੀ ਸਾਨੂੰ ਥਾਲੀ ਤੋਂ ਉੱਠਣਾ ਪੈਂਦਾ, ਮੰਨ ਲਓ ਕੋਈ ਐਕਸੀਡੈਂਟ ਹੋ ਗਿਆ, ਕੋਈ ਬੱਚਾ ਉਹਨੂੰ ਸੱਟ ਲੱਗਣ ਦਾ ਖਤਰਾ ਹੈ, ਜਾਂ ਕੋਈ ਕਿਸੇ ਦਾ ਕੋਈ ਘਟਨਾ ਵਾਪਰ ਜਾਂਦੀ ਹੈ, ਮੰਨ ਲਓ ਕਿਸੇ ਤਰ੍ਹਾਂ ਦੀ ਵੀ, ਸਾਨੂੰ ਆਪਣੇ ਬਚਾਅ ਲਈ ਉੱਠਣਾ ਪੈਂਦਾ।
ਤਾਂ ਫਿਰ ਉਹ ਦੁਬਾਰਾ ਉਹ ਥਾਲੀ 'ਤੇ ਨਹੀਂ ਆ ਕੇ ਛਕਣਾ। ਜੇ ਉਹ ਤਜ ਉਠੈ ਬਹੁਰ ਨਹਿ ਖਾਏ, ਪਹਿਲੀ ਗੱਲ ਹੈ ਕਿ ਬਹਿ ਕੇ ਛਕੋ ਪ੍ਰਸ਼ਾਦਾ। ਸਤਿਗੁਰੂ ਜੀ ਨੇ ਲੰਗਰ ਦੀ ਮਰਜ਼ਾਦਾ, ਲੰਗਰ ਦਾ ਸਤਿਕਾਰ ਦੱਸਿਆ ਹੈ ਬਾਣੀ ਦੇ ਵਿੱਚ। ਜਿੰਨੀ ਗੁਰੂ ਘਰ ਦੀ ਮਰਜ਼ਾਦਾ ਹੈ ਸਾਰੀ ਮਹਾਨ ਹੈ, ਕੀਰਤਨ ਦੀ, ਕਥਾ ਦੀ, ਪਰ ਸਾਧ ਸੰਗਤ ਜੀ ਲੰਗਰ ਦੀ ਮਹਾਨਤਾ ਵੀ ਕੋਈ ਘੱਟ ਨਹੀਂ ਹੈ। ਜਿੰਨਾ ਗੁਰੂ ਦਰਬਾਰ 'ਚ ਪੁਰਾਤਨ ਜਥੇਬੰਦੀਆਂ ਵਿੱਚ, ਨਿਹੰਗਾਂ ਸਿੰਘਾਂ ਵਿੱਚ, ਨਿਰਮਲੇ ਸੰਤਾਂ ਵਿੱਚ, ਦਮਦਮੀ ਟਕਸਾਲ ਵਿੱਚ, ਸੇਵਾ ਪੰਥੀਆਂ ਮਹਾਤਮਾ ਵਿੱਚ ਜਾਈਦਾ ਹੈ, ਉਹ ਲੋਹ ਮਾਤਾ ਦਾ ਸਤਿਕਾਰ ਕਰਦੇ ਆ। ਜੋੜੇ ਲੈ ਕੇ ਨਹੀਂ ਜਾਣਾ, ਜੁੱਤੀ ਪਾ ਕੇ ਲੰਗਰ ਦੇ ਵਿੱਚ ਨਹੀਂ ਵੜਨਾ, ਔਰ ਪਵਿੱਤਰ ਹੋ ਕੇ ਇਸ਼ਨਾਨ ਪਾਣੀ ਕਰਕੇ ਲੰਗਰ ਬਣਾਉਣਾ, ਲੰਗਰ ਛਕਣਾ, ਆਏ ਗਏ ਨੂੰ ਪ੍ਰੇਮ ਨਾਲ ਲੰਗਰ ਛਕਾਉਣਾ। ਇਹ ਸਾਰੀਆਂ ਗੱਲਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿੱਖਿਆ ਦੇ ਕੇ ਦ੍ਰਿੜ ਕਰਾਈਆਂ ਹਨ। ਭਾਈ ਨੰਦ ਲਾਲ ਜੀ ਦੇ ਲੰਗਰ ਦੀ ਜਦੋਂ ਮਹਾਰਾਜ ਨੇ ਪ੍ਰੀਖਿਆ ਕਰਕੇ ਪਾਸ ਕੀਤਾ ਸੀ, ਉਦੋਂ ਵੀ ਲੰਗਰ ਦੀ ਮਹਿਮਾ ਹੀ ਦਰਸਾਈ ਸੀ ਵੀ ਲੰਗਰ ਕੀ ਹੈ, ਲੰਗਰ ਨੂੰ ਕਿਵੇਂ ਵਰਤਾਉਣਾ ਹੈ। ਦੇਖੋ ਪੰਜਵੇਂ ਪਾਤਸ਼ਾਹ ਜੀ ਇਹ ਵਾਰ ਜਿਹੜੀ ਹੈ ਬਸੰਤ ਦੀ, ਇਹਦੀਆਂ 3 ਹੀ ਪੌੜੀਆਂ ਰੱਖਦੇ ਹਨ, ਔਰ ਉੱਪਰ ਸਿਰਲੇਖ ਬਸੰਤ ਕੀ ਵਾਰ ਮਹੱਲ ਪੰਜਵਾਂ ਹੈ। ਇੱਥੇ ਮਹੱਲਾ ਨਹੀਂ ਉਚਾਰਨ ਕਰਦੇ, ਕਿਉਂਕਿ ਸ੍ਰੀ ਰਾਗ ਦੇ ਵਿੱਚ ਵੀ ਸਤਿਕਾਰਯੋਗ ਗਿਆਨੀ ਜੀ ਨੇ ਦੱਸਿਆ ਸੀ 11ਵਾਂ, 6ਵਾਂ, 12ਵਾਂ ਅਤੇ 15ਵਾਂ ਇਹ ਸ਼ਬਦ ਆਏ ਸਨ ਜਿਹੜੇ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰਸਾਰ, ਉੱਥੇ ਮਹਾਲੀ ਪਦ ਆਇਆ ਸੀਗਾ। ਇੱਥੇ ਵੀ ਬਸੰਤ ਦੀ ਵਾਰ ਵਿੱਚ ਮਹਾਲੀ ਹੈ, ਮਹੱਲਾ ਨਹੀਂ, ਇਹ ਖਿਆਲ ਰੱਖਣਾ ਹੈ। ਹਾਂਜੀ। ਬਸੰਤ ਕੀ ਵਾਰ ਮਹੱਲ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰਿ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਕਰਮ ਲਿਖੰਤੈ ਪਾਈਐ ਇਹ ਰੁੱਤ ਸੁਹਾਈ। ਵਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਊਪਜੈ ਲੱਥੀ ਸਭ ਛਾਈ। ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਆ। ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਆ। ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ। ਜਿਸ ਦੇ ਉਪਜਿਆ ਨਾਨਕਾ ਸੋਈ ਫਿਰ ਹੋਆ। ਕਿਥੋ ਉਪਜੈ ਕਹਿ ਰਹੈ ਕਹਿ ਮਾਹਿ ਸਮਾਵੈ। ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ। ਕਹਿਨ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੈ। ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ। ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ। ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੌਲੀ ਧਰਤੀ ਮੌਲਿਆ ਆਕਾਸ। ਘਾਟ ਘਾਟ ਮੌਲਿਆ ਆਤਮ ਪ੍ਰਗਾਸ। ਰਾਜਾ ਰਾਮ ਮੌਲਿਆ ਅਨੰਤ ਭਾਏ। ਜਹ ਦੇਖਾਓ ਤਹ ਰਹਿਆ ਸਮਾਏ। ਰਹਾਉ ਦੁਤੀਆ ਮੌਲੇ ਚਾਰ ਵੇਦ। ਸਿਮਰਤ ਮੌਲੀ ਸਿਓ ਕਤੇਬ। ਸ਼ੰਕਰ ਮੌਲਿਓ ਜੋਗ ਧਿਆਨ। ਕਬੀਰ ਕੋ ਸੁਆਮੀ ਸਭ ਸਮਾਨ। ਪੰਡਿਤ ਜਨ ਮਾਤੇ ਪੜ੍ਹ ਪੁਰਾਨ। ਜੋਗੀ ਮਾਤੇ ਜੋਗ ਧਿਆਨ। ਸੰਨਿਆਸੀ ਮਾਤੇ ਅਹੰਮੇਵ। ਤਪਸੀ ਮਾਤੇ ਤਪ ਕੈ ਭੇਵ। ਸਭ ਮਦ ਮਾਤੇ ਕਉ ਨ ਜਾਗ। ਸੰਗ ਹੀ ਚੋਰ ਘਰ ਮੁਸਨ ਲਾਗ। ਰਹਾਉ ਜਾਗੈ ਸੁਖ ਦਿਓ ਅਰ ਅਕੂਰ। ਹਣਵੰਤ ਜਾਗੈ ਧਰ ਲੰਕੂਰ। ਸ਼ੰਕਰ ਜਾਗੈ ਚਰਨ ਸੇਵ। ਕਾਲ ਜਾਗੇ ਨਾਮਾ ਜੈ ਦੇਵ। ਜਾਗਤ ਸੋਵਤ ਬਹੁ ਪ੍ਰਕਾਰ। ਗੁਰਮੁਖ ਜਾਗੈ ਸੋਈ ਸਾਰ। ਇਸ ਦੇਹੀ ਕੇ ਅਧਿਕ ਕਾਮ। ਕਹਿ ਕਬੀਰ ਭਜ ਰਾਮ ਨਾਮ।
जोय खसम है जाया, पूत बाप खिलाया, बिन श्रवणा खीर पिलाया, देखह लोगा काल को पाओ, सोत मुकलाई अपनी माओ, रहाओ पगा बिन हुरिया मारता, बदन बिन खिर खिर हासता, निद्रा बिन नार पै सोवै, बिन बासन खीर बिलोवै, बिन अस्थन गऊ लबेरी, पैडे बिन बाट कनेरी, बिन सतगुर बाट न पाई, कहो कबीर समझाई, प्रहलाद पठाए पढ़न साल, सांग सखा बह लिए बाल, मोह कहो कहा पढ़ावस, आल जाल मेरी पटिया लिख दे हो, श्री गोपाल नहीं छोड़ा रे बाबा, राम नाम मेरो और पढ़न स्यो, नहीं काम रहाओ, संडे मर कै कहो जाए, प्रहलाद बुलाए बेग ताए, तू राम कहन की छोड़ बान, तुझ तुरत छडाऊ मेरो कहो मान, मोह कहो कहा सतावह, बार बार प्रभ जाल थाल गिर, किए पहार, एक राम ना छोड़ाओ गुर है गार, मोह कहो काल जार, भावै मार डार, काढ़ खड़ग कोप्यो रिसाए, तुझ राखन हारो मोह बताए, प्रभ थंब ते निकसे कै बिसथार, हर नाखस छेद्यो नाख बिदार, ओय परम पुरख देवाध देव, भगत हेत नर सिंह भेव, कह कबीर को लख न पार, प्रहलाद उधारे अनक बार, इस तान मन मध्य मदन चोर, जिन ज्ञान रतन हिर लीन मोर, मैं अनाथ प्रभ कहो काहे, को न बिगूतो मैं को आहे, माधव दारुण दुख सहयो न जाए, माधव दारुण दुख सहयो न जाए, मेरो चपल बुध स्यो कहा बसाए। चपल बिल्कुल नरम जिहा पोला जिहा बोलना, चप्पल नहीं चपल। पिछे भी ये पद आया सी अखर चपल, चपल तो भाव चंचल। मेरो चपल बुध स्यो कहा बसाए। माधव दारुण दुख सहयो न जाए, मेरो चपल बुध स्यो कहा बसाए। रहाओ सनक सनंदन सेव सुकाद, नाभ कमल जाने ब्रह्माद। काव जान जोगी जटा धार, सब आपन अवसर चले सार। तू अथाह मोहे थाह नाहे, प्रभ दीनानाथ दुख कहो काहे। ऊपर जो पंक्ति आई, नाभ कमल जाने ब्रह्माद। जाने तो भाव जने होए, नाभि कमल दे जने होए, भाव नाभ कमल चो जन्मे होए ब्रह्मा इत्यादि। नाभ कमल जाने ब्रह्माद। सनक सनंदन सेव सुकाद, नाभ कमल जाने ब्रह्माद। काव जान जोगी जटा धार, सब आपन अवसर चले सार। तू अथाह मोहे थाह नाहे, प्रभ दीनानाथ दुख कहो काहे। मोरो जन्म मरण दुख आथ तीर, सुख सागर गुण राओ कबीर। नायक एक बनजारे पाँच, बरद पचीसक सांग काच। नौ बहियाँ 10 गोन आहे, कसन 72 लागी ताहे। मोह ऐसे बन जिस्यो नहीन काज। कसन 72 लागी ताहे। कसन ते जमक दे के कसन 72 लागी ताहे।
ਨੌ ਬਹੀਆਂ 10 ਗੋਨ ਆਹੇ ਕਸਨ 72 ਲਾਗੀ ਨਹੀਂ ਤਾਹੇ। ਕਸਨ ਕਸਨ ਤੇ ਵਿਸਰਾਮ ਹਾਂਜੀ ਕਸਨ ਤੇ ਕਸਨ 72 ਲਾਗੀ ਤਾਹੇ। 72 ਨਾੜੀਆਂ ਸਰੀਰ ਨੂੰ ਇਉਂ ਕੱਸਣ ਵਿੱਚ ਮਨ ਨੂੰ ਲੱਗੀਆਂ ਹੋਈਆਂ। 9 ਬਹੀਆਂ 9 ਗੋਲਕਾਂ ਔਰ ਇਸੇ ਪ੍ਰਕਾਰ 10 ਗੋਨ ਆਹੇ 10 ਇੰਦਰੇ 5 ਕਰਮ ਇੰਦਰੇ 5 ਗਿਆਨ ਇੰਦਰੇ। ਇਹਨਾਂ ਨੂੰ ਕਸਨ 72 ਲਾਗੀ ਤਾਰ 72 ਜਿਹੜੀਆਂ ਇਹਨਾਂ ਨੂੰ ਕੱਸਣ ਵਿੱਚ ਲੱਗੀਆਂ ਹੋਈਆਂ ਭਾਵ ਇਹਨਾਂ ਨੂੰ ਸਾਰਿਆਂ ਇਹਨਾਂ 72 ਨਾੜੀਆਂ ਨੇ ਪਰੋ ਕੇ ਰੱਖਿਆ ਹੋਇਆ। ਨੌ ਬਹੀਆਂ 10 ਗੋਨ ਆਹੇ ਕਸਨ 72 ਲਾਗੀ ਤਾਹੇ। ਮੋਹਿ ਐਸੇ ਬਨ ਰਿਸਿਓ ਨਹੀਨ ਕਾਜ ਜਿਹ ਘਟੈ ਮੂਲ ਨਿਤ ਬੜੈ ਬਿਆਜ। ਰਹਾਉ ਸਾਤ ਸੂਤ ਮਿਲ ਬਨ ਜਕੀਨ ਕਰਮ ਭਾਵਨੀ ਸੰਗ ਲੀਨ। ਤੀਨ ਜਗਾਤੀ ਕਰਤ ਰਾਰ ਚਲੋ ਬਨਜਾਰਾ ਚਲੋ ਬਨਜਾਰਾ। ਹਾਥ ਝਾਰ ਪੂੰਜੀ ਹੈਰਾਨੀ ਬਨ ਜਟੂਟ ਦਹਿ ਦਿਸ ਟਾਂਡੋ ਗਇਓ ਫੂਟ। ਕਹਿ ਕਬੀਰ ਮਨ ਸਰਸੀ ਕਾਜ ਸਹਿਜ ਸਮਾਨੋ ਤਾ ਭਰਮ ਭਾਜ।